ਪੰਜਾਬ ਸਰਕਾਰ ਵੱਲੋਂ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ। ਜਦੋਂ ਅਸੀਂ ਜ਼ਮੀਨ ਜਾਇਦਾਦ ਵੇਚਣੀ ਹੈ, ਖਰੀਦਣੀ ਹੈ ਤੇ ਇਹਦੇ ਵਿੱਚ ਕਿਹਦਾ ਸਭ ਤੋਂ ਜ਼ਿਆਦਾ ਨੁਕਸਾਨ ਹੈ? ਪਹਿਲਾਂ ਵੱਧ ਕੀਤੇ ਗਏ, ਫਿਰ ਘਟਾਤੇ ਗਏ। ਹੁਣ ਜਿਹੜੇ ਹੈਗੇ ਆ ਉਹ 3% ਤੋਂ ਲੈ ਕੇ 50% ਤੱਕ ਫਿਰ ਵਾਧਾ ਕਰ ਦਿੱਤਾ ਗਿਆ। ਮੇਰੀ ਆਪਣੀ ਰਾਏ ਹੈ ਕਿ ਇਹ ਵਾਧਾ ਕਰਨ ਨਾਲ ਸਰਕਾਰ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਣ ਦੇ ਚਾਂਸਿਸ ਜਿਹੜੇ ਹੈਗੇ ਜ਼ਿਆਦਾ ਨੇ। ਜਿਸ ਤਰ੍ਹਾਂ ਕੋਈ ਪਲਾਟ ਦੀ ਰਜਿਸਟਰੀ ਕਰਾਉਣੀ ਹੋਵੇ ਜਾਂ ਖਰੀਦ ਫਰੋਖਤ ਕਰਨੀ ਹੋਵੇ ਜਾਂ ਵੇਚਣਾ ਹੋਵੇ, ਉਹਦੇ ਵਿੱਚ ਡੀਲਰ ਆਉਂਦੇ ਨੇ, ਪ੍ਰਾਪਰਟੀ ਡੀਲਰ ਕਹਿ ਦਿੰਦੇ ਆ ਜਿਨ੍ਹਾਂ ਨੂੰ, ਉਹਨਾਂ ਨੂੰ ਇਹਦਾ ਕੀ ਨੁਕਸਾਨ ਹੋਵੇਗਾ, ਕੀ ਫਾਇਦਾ ਹੋਵੇਗਾ? ਦੇਖੋ, ਪ੍ਰਾਪਰਟੀ ਡੀਲਰ ਨੂੰ ਨਾ ਇਹਦਾ ਕੋਈ ਨੁਕਸਾਨ ਹੈ ਨਾ ਕੋਈ ਫਾਇਦਾ ਹੈ ਜੀ। ਪ੍ਰਾਪਰਟੀ ਡੀਲਰ ਦੋ ਕਿਸਮ ਨਾਲ ਡੀਲਿੰਗ ਕਰਦੇ ਆ। ਇੱਕ ਤਾਂ ਉਹ ਕਮਿਸ਼ਨ ਬੇਸਡ ਹੁੰਦਾ ਵੀ ਮੈਂ ਜੀ 1% ਜਾਂ 2% ਕਮਿਸ਼ਨ ਲਊਂਗਾ, ਉਹਨੇ ਵੇਚਣ ਵਾਲੇ ਤੋਂ ਵੀ ਲੈਣੀ ਹੈ, ਖਰੀਦਣ ਵਾਲੇ ਤੋਂ ਵੀ ਲੈਣੀ ਹੈ, ਠੀਕ ਹੈ। ਦੂਜਾ ਇਹਨਾਂ ਦਾ ਤਰੀਕਾ ਹੁੰਦਾ ਉੱਕਾ ਪੁੱਕਾ, ਮਾਲਕ ਨੂੰ ਕਹਿ ਦਿੰਦੇ ਵੀ ਤੇਰੀ ਪ੍ਰਾਪਰਟੀ ਇੰਨੇ ਦੀ ਹੈ, ਤੈਨੂੰ ਇੰਨੇ ਪੈਸੇ ਦੇ ਦਿੰਦੇ ਆ, ਅਸੀਂ ਅੱਗੇ ਜਿੰਨੇ ਦੀ ਮਰਜ਼ੀ ਵੇਚੀਏ। ਉਹਦੇ 'ਚ ਇਹ ਹੈ ਵੀ ਮਾਲਕ ਜਿਹੜਾ ਹੈਗਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਜ਼ਮੀਨ ਵੇਚਣ ਵਾਲਾ, ਅਤੇ ਇਹਨਾਂ ਨੂੰ ਖੁੱਲ੍ਹਾ ਹੱਥ ਮਿਲ ਜਾਂਦਾ ਵੀ ਜੇ 30 ਲੱਖ ਦੀ ਪ੍ਰਾਪਰਟੀ ਲਿੱਤੀ, ਜੇ ਉਹ ਕਮਿਸ਼ਨ ਲੈਂਦੇ ਆ ਤਾਂ 1,20,000 ਰੁਪਏ ਬਣਦੀ ਦੋਨੋਂ ਪਾਸੋਂ, ਠੀਕ ਹੈ। ਜੇ ਉਹ ਖੁੱਲ੍ਹਾ ਵੇਚਣਗੇ ਤਾਂ ਉਹਨਾਂ ਨੇ ਉਹੀ 30 ਲੱਖ ਦੀ ਪ੍ਰਾਪਰਟੀ 40 ਲੱਖ 'ਚ ਵੇਚ ਦੇਣੀ ਹੈ, 10 ਲੱਖ ਬਚ ਜਾਣਾ। ਰੇਟ ਵਧਾਉਣ ਨਾਲ ਸਟੈਂਪ ਡਿਊਟੀ ਕਦੇ ਨਹੀਂ ਵੱਧਦੀ, ਹਮੇਸ਼ਾ ਘਟਦੀ ਹੈ। ਰਿਕਾਰਡ ਕੱਢ ਕੇ ਦੇਖ ਲਓ, ਜਿਸ ਸਾਲ 'ਚ ਵੀ ਰੇਟ ਵਧੇ ਹੈ ਉਸ ਸਾਲ 'ਚ ਰਜਿਸਟ੍ਰੇਸ਼ਨ ਦੀ ਜਿਹੜੀ ਗਿਣਤੀ ਹੈ ਘਟੀ ਹੈ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ ਤੇ ਮੁੱਦੇ ਤੇ ਮਸਲੇ ਜੁੜੇ ਹੁੰਦੇ ਨੇ ਜ਼ਮੀਨ ਜਾਇਦਾਦ ਦੇ ਨਾਲ, ਜ਼ਮੀਨ ਜਾਇਦਾਦ ਦੇ ਕਾਨੂੰਨ ਦੇ ਨਾਲ। ਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਨੇ ਤੇ ਦੱਸਦੇ ਨੇ ਕਿ ਅਸਲ ਦੇ ਵਿੱਚ ਜਾਇਦਾਦ ਦਾ ਕਾਨੂੰਨ ਹੈ ਕੀ। ਰਿਟਾਇਰਡ ਨਾਇਬ ਤਹਿਸੀਲਦਾਰ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਅੱਜ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦਾ। ਆਹਲੂਵਾਲੀਆ ਸਾਹਿਬ, ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਕਈ ਵੱਡੇ ਸਵਾਲ ਖੜੇ ਹੋ ਗਏ ਨੇ। ਦਰਸ਼ਕ ਵੀ ਇਹ ਜਾਣਨਾ ਚਾਹੁੰਦੇ ਨੇ ਕਿ ਇਹ ਵਾਧਾ ਕਿੰਨਾ ਕੁ ਫਾਇਦੇਮੰਦ ਹੋਵੇਗਾ, ਕਿੰਨਾ ਕੁ ਨੁਕਸਾਨਦਾਇਕ ਹੋਵੇਗਾ, ਖਾਸ ਕਰ ਜਦੋਂ ਅਸੀਂ ਜ਼ਮੀਨ ਜਾਇਦਾਦ ਵੇਚਣੀ ਹੈ, ਖਰੀਦਣੀ ਹੈ ਤੇ ਇਹਦੇ ਵਿੱਚ ਕਿਹਦਾ ਸਭ ਤੋਂ ਜ਼ਿਆਦਾ ਨੁਕਸਾਨ ਹੈ। ਤੇ ਸਭ ਤੋਂ ਪਹਿਲਾਂ ਇਹੀ ਤੁਹਾਡੇ ਤੋਂ ਜਾਣਾਂਗੇ ਕਿ ਕਲੈਕਟਰ ਰੇਟ ਅਸਲ ਦੇ ਵਿੱਚ ਹੁੰਦਾ ਕੀ ਹੈ? ਧਰਮਿੰਦਰ ਜੀ, ਕਲੈਕਟਰ ਰੇਟ ਇਹ ਕਲੈਕਟਰ ਰੇਟ ਨਹੀਂ ਹੈਗੇ, ਇਹ ਹੈਗੇ ਮਿਨੀਮਮ ਰਜਿਸਟ੍ਰੇਸ਼ਨ ਰੇਟ। ਜੀ। ਕਲੈਕਟਰ ਰੇਟ ਹੋਰ ਹੁੰਦੇ ਆ, ਇਹ ਹੈਗੇ ਮਿਨੀਮਮ ਰਜਿਸਟ੍ਰੇਸ਼ਨ ਰੇਟ। ਮਿਨੀਮਮ ਰਜਿਸਟ੍ਰੇਸ਼ਨ ਰੇਟ ਜਿਹੜੇ ਹੈਗੇ ਆ, ਇਹਨਾਂ ਦਾ ਕਾਰਵਾਈ ਲਗਭਗ ਜੇ ਅਸੀਂ ਪਿੱਛੇ ਦੇਖੀਏ ਤਾਂ 1988-87 ਤੋਂ ਸ਼ੁਰੂ ਹੋਇਆ ਇਹ। ਜੀ। ਉਦੋਂ ਹਾਲਾਤ ਇਹੋ ਜਿਹੇ ਸੀ ਕਿ ਜ਼ਮੀਨ ਦੇ ਰੇਟਸ ਜਿਹੜੇ ਸੀਗੇ ਉਹ 30-35 ਹਜ਼ਾਰ ਰੁਪਏ ਪ੍ਰਤੀ ਏਕੜ ਜੀ ਸੀਗੇ। ਮੈਂ ਉਸ ਵੇਲੇ ਸਮਾਣਾ ਪਾਤੜਾਂ ਦੇ ਹਲਕੇ 'ਚ ਬਤੌਰ ਰਜਿਸਟ੍ਰੇਸ਼ਨ ਕਲਰਕ ਕੰਮ ਕਰਦਾ ਸੀ। ਜੀ। ਪਰ ਸਾਡੇ ਕੁਝ ਅਧਿਕਾਰੀ ਉਹੀ ਜ਼ਮੀਨ 2000 ਰੁਪਏ 4000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਸ ਵੇਲੇ ਰਜਿਸਟਰੀਆਂ ਕਰਦੇ ਸੀ। ਜੀ। ਜਿਹਦੇ ਨਾਲ ਸਰਕਾਰ ਨੂੰ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਦਾ ਘਾਟਾ ਹੁੰਦਾ ਸੀ। ਜੀ। ਉੱਥੋਂ ਮਸਲਾ ਕਿਸੇ ਗੱਲ ਤੋਂ ਉਲਝਿਆ ਅਤੇ FCR ਸਾਹਿਬ ਕੋਲ ਗਿਆ। FCR ਸਾਹਿਬ ਨੇ ਕਮੇਟੀ ਬਣਾ ਕੇ ਜੀ ਇਹ ਜਿਹੜੇ ਹੈਗਾ ਕਲੈਕਟਰ ਰੇਟ ਫਿਕਸ ਕਰਤੇ। ਜੀ। ਜਦੋਂ ਉੱਥੇ ਕਲੈਕਟਰ ਰੇਟ ਫਿਕਸ ਕੀਤੇ ਗਏ ਤਾਂ ਪਾਤੜਾਂ ਦੇ ਇਲਾਕੇ 'ਚ ਐਗਰੀਕਲਚਰ ਲੈਂਡ ਦਾ ਜਿਹੜਾ ਰਕਬਾ ਸੀਗਾ ਉਹਦੀ ਮਿਨੀਮਮ ਰਜਿਸਟ੍ਰੇਸ਼ਨ ਪ੍ਰਾਈਸ 35,000 ਰੁਪਏ ਏਕੜ ਰੱਖੀ ਗਈ। ਜੀ। ਉੱਥੋਂ ਇਹ ਸ਼ੁਰੂ ਹੋਣ ਤੋਂ ਬਾਅਦ ਕਈ ਪੜਾਵਾਂ 'ਚੋਂ ਲੰਘਿਆ। ਹਾਈ ਕੋਰਟ 'ਚ ਵੀ ਇਹਦੇ ਖਿਲਾਫ ਰਿਟਾਂ ਹੋਈਆਂ, ਸੁਪਰੀਮ ਕੋਰਟ 'ਚ ਵੀ ਹੋਈਆਂ। ਅਲਟੀਮੇਟਲੀ
4-5 ਦੇ ਵਿੱਚ ਹਾਈ ਕੋਰਟ ਨੇ ਰੇਟ ਸਕ੍ਰੈਪ ਕਰਤੇ। ਜੀ ਸਕ੍ਰੈਪ ਕਰਨ ਤੋਂ ਬਾਅਦ ਫਿਰ ਸਰਕਾਰ ਨੂੰ ਕਿਹਾ ਕਿ ਆਪਣੀ ਕਮੇਟੀ ਬਣਾਓ ਜਿਹੜੀ ਇਸ ਨੂੰ ਦੁਬਾਰਾ ਘੋਖੇ। ਉਹਨੂੰ ਦੁਬਾਰਾ ਘੋਖਣ ਤੋਂ ਬਾਅਦ ਫਿਰ ਰੇਟ ਲਾਗੂ ਕੀਤੇ ਗਏ। ਜੋ ਹੁਣ ਰੇਟ ਲਾਗੂ ਕੀਤੇ ਗਏ ਇਹ ਰੇਟ ਸਿਰਫ ਡਾਕੂਮੈਂਟ ਰਜਿਸਟ੍ਰੇਸ਼ਨ ਕਰਾਉਣ ਸਮੇਂ ਕੰਮ ਆਉਂਦੇ ਆ। ਜੀ ਮੰਨ ਲਓ ਤੁਸੀਂ ਕੋਈ ਪ੍ਰਾਪਰਟੀ ਖਰੀਦੀ ਹੈ, ਉਹਦਾ ਮਾਰਕੀਟ ਰੇਟ ਤਾਂ ਹੈ 10 ਲੱਖ ਰੁਪਏ ਏਕੜ ਦਾ। ਜੀ ਪਰੰਤੂ ਜਿਹੜੇ ਇਹ ਰੇਟ ਫਿਕਸ ਕੀਤੇ ਗਏ ਜਿਹਨੂੰ ਅਸੀਂ ਕਲੈਕਟਰ ਰੇਟ ਕਹਿੰਦੇ ਹਾਂ, ਕਲੈਕਟਰ ਰੇਟ ਕਹਿਣਾ ਵੈਸੇ ਵਾਜਬ ਨਹੀਂ ਹੈ ਇਹਨਾਂ ਨੂੰ, ਇਹ ਮਿਨੀਮਮ ਰਜਿਸਟ੍ਰੇਸ਼ਨ ਪ੍ਰਾਈਸ ਹੈ। ਜੀ ਠੀਕ ਹੈ, ਉਹ ਲਗਭਗ 25% ਫਿਕਸ ਕੀਤੀ ਗਈ ਸੀ। ਜੀ ਪਹਿਲਾਂ ਵੱਧ ਕੀਤੇ ਗਏ, ਫਿਰ ਘਟਾਤੇ ਗਏ। ਹੁਣ ਜਿਹੜੇ ਹੈਗੇ ਆ ਉਹ 3% ਤੋਂ ਲੈ ਕੇ 50% ਤੱਕ ਫਿਰ ਵਾਧਾ ਕਰ ਦਿੱਤਾ ਗਿਆ। ਮੇਰੀ ਆਪਣੀ ਰਾਏ ਹੈ ਕਿ ਇਹ ਵਾਧਾ ਕਰਨ ਨਾਲ ਸਰਕਾਰ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਣ ਦੇ ਚਾਂਸਿਸ ਜਿਹੜੇ ਹੈਗੇ ਜ਼ਿਆਦਾ। ਜੀ ਕਿਉਂਕਿ ਅਜਿਹਾ ਕਰਨ ਨਾਲ ਰਜਿਸਟਰੀਆਂ ਦੀ ਗਿਣਤੀ ਘਟ ਜਾਏਗੀ। ਜੀ ਲੋਕ ਐਗਰੀਮੈਂਟ 'ਤੇ ਜਾਂ ਮੁਖਤਿਆਰਨਾਮੇ 'ਤੇ ਜ਼ਮੀਨਾਂ ਦੀ ਖਰੀਦੋ ਫਰੋਖਤ ਸ਼ੁਰੂ ਕਰ ਦੇਣਗੇ, ਜੀ ਜਿਸ 'ਤੇ ਸਟਾਂਪ ਡਿਊਟੀ ਘੱਟ ਲੱਗਦੀ ਹੈ। ਐਗਰੀਮੈਂਟ ਕਰਨਗੇ ਤਾਂ ਉਹਦੇ ਰਜਿਸਟ੍ਰੇਸ਼ਨ ਦੀ ਡੇਟ ਜਿਹੜੀ ਹੈ ਖੁੱਲ੍ਹੀ ਛਡਾ ਲੈਂਦੇ ਆ ਉਹ। ਜੀ ਠੀਕ ਹੈ, ਇਹਦਾ ਜ਼ਿਆਦਾ ਨੁਕਸਾਨ ਆਮ ਪਬਲਿਕ ਨੂੰ ਹੋਏਗਾ, ਜੀ ਜਿਨ੍ਹਾਂ ਨੂੰ ਰਜਿਸਟਰੀ ਕਰਾਉਣ ਬਦਲੇ ਵੱਧ ਪੈਸੇ ਦੇਣੇ ਪੈਣਗੇ। ਜੀ ਅੱਜ ਕੱਲ੍ਹ ਦੇ ਹਿਸਾਬ ਨਾਲ ਲਗਭਗ 8% ਦਾ ਖਰਚਾ ਜਿਹੜਾ ਹੈਗਾ ਰਜਿਸਟਰੀ 'ਤੇ ਪੈ ਜਾਂਦਾ। ਜੀ ਜੇ 50% ਤੱਕ ਰੇਟ ਵੱਧ ਗਏ ਤਾਂ ਸਮਝ ਲਓ ਇੱਕ ਵਿਅਕਤੀ ਨੇ ਜਿਹਨੇ ਲੱਖ ਰੁਪਏ ਦੀ ਰਜਿਸਟਰੀ ਕਰਾਉਣੀ ਹੈ, ਜੀ ਉਸ ਨੂੰ ਸਿੱਧਾ ਹੀ 8,000 ਰੁਪਏ ਦਾ ਨੁਕਸਾਨ ਹੋ ਜਾਣਾ। ਜੀ ਤੇ ਨਾਲ ਹੀ ਜਿਹੜੀ ਇਹ ਸਕੀਮ ਆ ਜਾਂ ਜਿਹੜੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ, ਇਹ ਸਾਰੀਆਂ ਜ਼ਮੀਨਾਂ 'ਤੇ ਹੈ, ਚਾਹੇ ਉਹ ਕਿਸੇ ਰਿਹਾਇਸ਼ੀ ਇਲਾਕੇ ਦੇ ਵਿੱਚ ਹੋਣ ਜਾਂ ਫਿਰ ਖੇਤੀ ਵਾਲੀਆਂ ਜ਼ਮੀਨਾਂ ਹੋਣ? ਨਹੀਂ, ਇਹ ਜਿਹੜੇ ਰੇਟ ਫਿਕਸ ਕੀਤੇ ਜਾਂਦੇ ਆ ਇਹ ਵੱਖ-ਵੱਖ ਕਿਸਮ ਦੀਆਂ ਵੱਖ-ਵੱਖ ਜ਼ਮੀਨਾਂ 'ਤੇ, ਰਿਹਾਇਸ਼ੀ ਇਮਾਰਤਾਂ 'ਤੇ, ਖਾਲੀ ਪਲਾਟਾਂ 'ਤੇ, ਅਪਰੂਵਡ ਕਲੋਨੀਆਂ 'ਚ, ਅਨਅਪਰੂਵਡ ਕਲੋਨੀਆਂ 'ਚ, ਇਹ ਸਾਰੇ 100% ਲਾਗੂ ਕੀਤੇ ਜਾਂਦੇ ਆ। ਜੀ ਕਿਸੇ ਇੱਕ ਜ਼ਮੀਨ 'ਤੇ ਜਾਂ ਉਸ 'ਤੇ ਨਹੀਂ ਕੀਤਾ ਜਾਂਦਾ। ਜੀ ਤੇ ਜਿਹੜੇ ਵਿੱਚ ਜਿਸ ਤਰ੍ਹਾਂ ਕੋਈ ਪਲਾਟ ਦੀ ਰਜਿਸਟਰੀ ਕਰਾਉਣੀ ਹੋਵੇ ਜਾਂ ਖਰੀਦ ਫਰੋਖਤ ਕਰਨੀ ਹੋਵੇ ਜਾਂ ਵੇਚਣਾ ਹੋਵੇ, ਉਹਦੇ ਵਿੱਚ ਡੀਲਰ ਆਉਂਦੇ ਨੇ, ਪ੍ਰਾਪਰਟੀ ਡੀਲਰ ਕਹਿ ਦਿੰਦੇ ਆ ਜਿਨ੍ਹਾਂ ਨੂੰ, ਉਹਨਾਂ ਨੂੰ ਇਹਦਾ ਕੀ ਨੁਕਸਾਨ ਹੋਵੇਗਾ, ਕੀ ਫਾਇਦਾ ਹੋਵੇਗਾ? ਦੇਖੋ, ਪ੍ਰਾਪਰਟੀ ਡੀਲਰ ਨੂੰ ਨਾ ਇਹਦਾ ਕੋਈ ਨੁਕਸਾਨ ਹੈ ਨਾ ਕੋਈ ਫਾਇਦਾ ਹੈ। ਜੀ ਪ੍ਰਾਪਰਟੀ ਡੀਲਰ ਦੋ ਕਿਸਮ ਨਾਲ ਡੀਲਿੰਗ ਕਰਦੇ ਆ। ਜੀ ਇੱਕ ਤਾਂ ਉਹ ਕਮਿਸ਼ਨ ਬੇਸਡ ਹੁੰਦਾ ਜੀ ਵੀ ਮੈਂ ਜੀ 1% ਜਾਂ 2% ਕਮਿਸ਼ਨ ਲਊਂਗਾ, ਉਹਨੇ ਵੇਚਣ ਵਾਲੇ ਤੋਂ ਵੀ ਲੈਣੀ ਹੈ, ਖਰੀਦਣ ਵਾਲੇ ਤੋਂ ਵੀ ਲੈਣੀ ਹੈ। ਜੀ ਠੀਕ ਹੈ, ਜੇ ਉਹ 10 ਲੱਖ ਦੀ ਰਜਿਸਟਰੀ ਹੁੰਦੀ ਹੈ ਤਾਂ ਵੀ ਉਹਨੂੰ ਤਾਂ ਮਾਰਕੀਟ ਰੇਟ 'ਤੇ ਜਿਸ 'ਤੇ ਸੌਦਾ ਹੋਇਆ ਉਸ 'ਤੇ ਕਮਿਸ਼ਨ ਮਿਲਣੀ ਹੈ, ਰਜਿਸਟਰੀ ਦੇ ਰੇਟ 'ਤੇ ਕਮਿਸ਼ਨ ਨਹੀਂ ਮਿਲਣੀ। ਜੀ ਦੂਜਾ ਇਹਨਾਂ ਦਾ ਤਰੀਕਾ ਹੁੰਦਾ ਉੱਕਾ ਪੁੱਕਾ। ਮਾਲਕ ਨੂੰ ਕਹਿ ਦਿੰਦੇ ਵੀ ਤੇਰੀ ਪ੍ਰਾਪਰਟੀ ਇੰਨੇ ਦੀ ਹੈ, ਤੈਨੂੰ ਇੰਨੇ ਪੈਸੇ ਦੇ ਦਿੰਦੇ ਆ, ਅਸੀਂ ਅੱਗੇ ਜਿੰਨੇ ਦੀ ਮਰਜ਼ੀ ਵੇਚੀਏ। ਜੀ ਉਹਦੇ 'ਚ ਇਹ ਹੈ ਵੀ ਮਾਲਕ ਜਿਹੜਾ ਹੈਗਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਜੀ ਜ਼ਮੀਨ ਵੇਚਣ ਵਾਲਾ, ਅਤੇ ਇਹਨਾਂ ਨੂੰ ਖੁੱਲ੍ਹਾ ਹੱਥ ਮਿਲ ਜਾਂਦਾ ਵੀ ਜੇ 30 ਲੱਖ ਦੀ ਪ੍ਰਾਪਰਟੀ ਲਿੱਤੀ, ਜੇ ਉਹ ਕਮਿਸ਼ਨ ਲੈਂਦੇ ਆ ਤਾਂ 1,20,000 ਰੁਪਏ ਬਣਦੀ ਦੋਨੋਂ ਪਾਸੋਂ। ਠੀਕ ਹੈ, ਜੇ ਉਹ ਖੁੱਲ੍ਹਾ ਵੇਚਣਗੇ ਤਾਂ ਉਹਨਾਂ ਨੇ ਉਹੀ 30 ਲੱਖ ਦੀ ਪ੍ਰਾਪਰਟੀ 40 ਲੱਖ 'ਚ ਵੇਚ ਦੇਣੀ ਹੈ। ਜੀ 10 ਲੱਖ ਬਚ ਜਾਣਾ। ਇਸ ਵਾਸਤੇ ਪ੍ਰਾਪਰਟੀ ਡੀਲਰ ਨੂੰ ਰੇਟ ਰਜਿਸਟਰੀ ਦੇ ਵਧਣ ਜਾਂ ਘਟਣ ਦਾ ਕੋਈ ਨੁਕਸਾਨ ਜਾਂ ਕੋਈ ਫਾਇਦਾ ਨਹੀਂ ਹੈ। ਜੀ ਉਹਨੇ ਤਾਂ ਆਪਣੀ ਕਮਿਸ਼ਨ ਲੈਣੀ ਹੈ ਜਿੰਨੀ ਉਹਨੇ ਨਿਰਧਾਰਿਤ ਕੀਤੀ ਹੋਈ ਹੈ। ਆਲੂਵਾਲੀ ਸਾਹਿਬ, ਤੁਸੀਂ ਜ਼ਿਕਰ ਕੀਤਾ ਹੈ ਕਿ ਇਹਦਾ ਸਰਕਾਰ ਨੂੰ ਵੀ ਨੁਕਸਾਨ ਹੋਵੇਗਾ, ਆਮ ਲੋਕਾਂ ਨੂੰ ਵੀ ਨੁਕਸਾਨ ਹੋਵੇਗਾ, ਪਰ ਗੱਲ ਇੱਥੇ ਆ ਜਾਂਦੀ ਹੈ ਕਿ ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਖਜ਼ਾਨਾ ਵੀ ਭਰਨਾ ਹੈ, ਤਾਂ ਸਰਕਾਰ ਇਹਦੇ ਵਾਸਤੇ ਕੀ ਉਪਾਅ ਕਰ ਸਕਦੀ ਹੈ? ਕਿਸ ਤਰ੍ਹਾਂ ਨਾਲ ਇਸ ਪ੍ਰਣਾਲੀ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਕਿ ਸਰਕਾਰ ਨੂੰ ਇਹਦੇ ਵਿੱਚ ਫਾਇਦਾ ਹੋ ਜਾਵੇ, ਘੱਟੋ ਘੱਟ ਉਹਨਾਂ ਦੇ ਖਜ਼ਾਨੇ ਦੇ ਵਿੱਚ ਪੈਸੇ ਆ ਜਾਣ?
ਸਰਕਾਰਾਂ ਵਾਸਤੇ ਖਜ਼ਾਨਾ ਭਰਨਾ ਕੋਈ ਵੱਡੀ ਗੱਲ ਨਹੀਂ ਹੈ ਜੀ। ਸਰਕਾਰਾਂ ਹਰ ਇੱਕ ਚੀਜ਼ ਤੇ ਟੈਕਸ ਲੈਂਦੀਆਂ, ਸਿਰਫ ਰਜਿਸਟ੍ਰੇਸ਼ਨ ਤੋਂ ਟੈਕਸ ਲੈਣ ਨਾਲ ਹੀ ਉਹਨਾਂ ਦਾ ਖਜ਼ਾਨਾ ਨਹੀਂ ਭਰ ਜਾਣਾ ਜੀ। ਸਗੋਂ ਜਦੋਂ 8% ਲੋਕਾਂ ਨੂੰ ਅਸਟਾਮ ਦੇਣਾ ਪੈਂਦਾ ਹੈ ਤੇ ਉਹ ਵੱਧ ਕੇ ਜੇ ਮੰਨ ਲਓ ਲੱਖ ਰੁਪਏ ਤੇ 80,000 ਰੁਪਏ ਦੇਣਾ ਹੈ, 8,000 ਰੁਪਏ ਦੇਣਾ ਹੈ ਤੇ ਉਹ 12,000 ਹੋ ਜਾਏਗਾ। ਠੀਕ ਹੈ, ਜੇ 50% ਰੇਟ ਵੱਧ ਗਿਆ ਤਾਂ 12,000 ਹੋ ਜਾਏਗਾ। ਫਿਰ ਰਜਿਸਟ੍ਰੇਸ਼ਨ ਫੀਸ ਵੱਧ ਜਾਏਗੀ ਕਿਉਂਕਿ ਉਹ 1% ਲੈਣੀ ਲੈਣੀ ਹੈ। ਜੇ ਉਹ 8,000 ਲੱਗਣੀ ਸੀ, 1 ਲੱਖ ਤੇ 10,000 ਲੱਗਣੀ ਸੀ ਤਾਂ ਉਹ 12,000 ਲੱਗਣੀ ਹੈ। ਠੀਕ ਹੈ, ਇਸ ਤਰ੍ਹਾਂ ਰਜਿਸਟ੍ਰੇਸ਼ਨ ਦਾ ਵੋਲੀਊਮ ਜਿਹੜਾ ਹੈਗਾ ਉਹ ਘਟ ਜਾਏਗਾ। ਸਰਕਾਰ ਨੂੰ ਚਾਹੀਦਾ ਹੈ ਜਿਹੜਾ ਤਾਂ ਬਲੱਡ ਰਿਲੇਸ਼ਨ 'ਚ ਇਹਨਾਂ ਨੇ ਛੂਟ ਦਿੱਤੀ ਹੋਈ ਹੈ ਅਸਟਾਮ ਦੀ ਤੇ ਫੀਸ ਦੀ, ਉਹਨੂੰ ਬੰਦ ਕੀਤਾ ਜਾਏ ਜਾਂ ਉਹਨੂੰ ਸੀਮਤ ਕੀਤਾ ਜਾਏ। ਨੰਬਰ 2 ਤੇ ਜਿਹੜੀਆਂ ਬੈ ਦੀਆਂ ਰਜਿਸਟਰੀਆਂ ਜਾਂ ਗਹਿਣੇ ਦੀਆਂ ਰਜਿਸਟਰੀਆਂ ਉਹਨਾਂ 'ਤੇ ਪਰਸੈਂਟੇਜ ਆਫ ਸਟੈਂਪ ਡਿਊਟੀ ਜਿਹੜੀ ਹੈਗੀ ਹੈ ਜੋ ਇਸ ਵੇਲੇ ਚੱਲ ਰਿਹਾ ਉਸ ਤੋਂ ਘੱਟੋ ਘੱਟ ਅੱਧੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਰਜਿਸਟ੍ਰੇਸ਼ਨ ਦਾ ਵੋਲੀਊਮ ਵਧੇ। ਵੈਲਿਊ ਤਾਂ ਉਨੀ ਬਣਨੀ ਹੈ। ਜਦੋਂ ਵੋਲੀਊਮ ਵਧੇਗਾ ਤਾਂ ਨੈਚੁਰਲੀ ਫੀਸ ਵੀ ਜ਼ਿਆਦਾ ਆਏਗੀ, ਅਸਟਾਮ ਵੀ ਜ਼ਿਆਦਾ ਆਏਗਾ। ਇਹ ਦੁਕਾਨਦਾਰੀ ਵਾਲਾ ਹਿਸਾਬ ਹੈ, ਜਿੰਨਾ ਵੱਧ ਵਿਕੇਗਾ ਉਨਾ ਜ਼ਿਆਦਾ ਫਾਇਦਾ, ਜਿੰਨਾ ਮਹਿੰਗਾ ਵਿਕੇਗਾ ਉਨਾ ਘੱਟ ਫਾਇਦਾ ਜੀ। ਤੇ ਫਿਰ ਇਹਦੇ ਨਾਲ ਦਲੋਲੇ ਸਾਹਿਬ ਜਨਤਾ 'ਤੇ ਜ਼ਿਆਦਾ ਬੋਝ ਨਹੀਂ ਪੈ ਜਾਏਗਾ? ਜਨਤਾ 'ਤੇ ਬੋਝ ਨਹੀਂ ਪਏਗਾ, ਜਨਤਾ 'ਤੇ ਬੋਝ ਘਟ ਜਾਏਗਾ ਜਦੋਂ ਸਟਾਮ ਡਿਊਟੀ 8% ਤੋਂ 4% ਹੋ ਗਈ। ਕਿੱਥੇ ਤਾਂ ਲੱਖ ਰੁਪਏ ਤੇ 40,000 ਰੁਪਏ 80,000 ਰੁਪਏ ਲੱਗ ਜਾਣਾ, ਕਿੱਥੇ 40,000 ਲੱਗਣਾ। ਠੀਕ ਹੈ ਨਾ, ਇੱਦਾਂ ਹੈ। ਜੇ ਸਰਕਾਰ ਥੋੜ੍ਹਾ ਜਿਹਾ ਹੋਰ ਅੱਗੇ ਵੱਧ ਕੇ ਚੱਲੇ ਤਾਂ ਇੱਕ ਸੀਮਤ ਆਰਡਰ ਕਰ ਸਕਦੀ ਹੈ ਕਿ ਜਿਹੜੀ ਇਹ ਰਜਿਸਟਰੀ ਹੋ ਰਹੀ ਹੈ ਜੇ ਇਹਦੇ ਵਿੱਚ ਸਟਾਮ ਡਿਊਟੀ ਜਾਂ ਰਜਿਸਟ੍ਰੇਸ਼ਨ ਫੀਸ ਬਾਜ਼ਾਰ ਦੇ ਰੇਟ ਤੋਂ ਘੱਟ ਰੇਟ 'ਤੇ ਲਾਈ ਗਈ ਤਾਂ ਉਸ ਜਗ੍ਹਾ ਨੂੰ ਸਰਕਾਰ ਜ਼ਬਤ ਕਰ ਸਕਦੀ ਹੈ, ਜਿਹਨੂੰ ਪਹਿਲਾਂ ਅਸੀਂ ਕਿਸੇ ਕਿਸਮ ਦਾ ਹੱਕ ਸ਼ੁਫਾ ਚੱਲਦਾ ਸੀ। ਜੇ ਸੀਮਤ ਹੱਕ ਸ਼ੁਫਾ ਲਾਗੂ ਕਰਤਾ ਜਾਵੇ ਤਾਂ ਉਹਦੇ ਨਾਲ ਜਿਹੜੇ ਹੈਗੇ ਰਜਿਸਟ੍ਰੇਸ਼ਨ ਦੇ ਰੇਟ ਸਰਕਾਰ ਨੂੰ ਵਧਾਉਣ ਦੀ ਲੋੜ ਨਹੀਂ ਪਏਗੀ, ਲੋਕ ਆਪਣੇ ਆਪ ਹੀ ਵੱਧ ਰਜਿਸਟਰੀ ਕਰਾਉਣਗੇ। ਫਿਰ ਇਹ ਹੋ ਜਾਏਗਾ ਵੀ ਅੱਜ ਕੱਲ੍ਹ ਜੇ 10 ਲੱਖ ਦਾ ਸੌਦਾ ਤਾਂ ਲੋਕ 4 ਲੱਖ ਦੀ ਰਜਿਸਟਰੀ ਕਰਾਉਂਦੇ ਆ। ਫਿਰ ਜਦੋਂ ਸੀਮਤ ਹੱਕ ਸ਼ੁਫਾ ਲਾਗੂ ਹੋ ਜਾਏਗਾ, ਚਾਹੇ ਉਹ ਕਮਰਸ਼ੀਅਲ ਪ੍ਰੋਪਰਟੀ 'ਤੇ ਹੋਵੇ, ਚਾਹੇ ਉਹ ਰਿਹਾਇਸ਼ੀ 'ਤੇ ਹੋਵੇ, ਚਾਹੇ ਉਹ ਐਗਰੀਕਲਚਰ 'ਤੇ ਹੋਵੇ, ਤਾਂ ਉਹ 10 ਲੱਖ ਦੀ ਜਗ੍ਹਾ 'ਤੇ 12 ਲੱਖ ਦੀ ਰਜਿਸਟਰੀ ਕਰਾਉਣਗੇ। ਉਹਦੇ 'ਚ ਵੀ ਸਰਕਾਰ ਨੂੰ ਫਾਇਦਾ ਹੋ ਸਕਦਾ। ਇਹ ਸਰਕਾਰ ਦੀ ਦਰਿਆਦਿਲੀ 'ਤੇ ਜਾਂ ਸਰਕਾਰ ਦੇ ਜਿਹੜੇ ਸੋਚਣ ਦੇ ਤਰੀਕੇ ਹੈਗੇ ਉਹਨਾਂ 'ਤੇ ਡਿਪੈਂਡ ਕਰਦਾ ਵੀ ਕਿਸ ਤਰੀਕੇ ਨਾਲ ਸਟਾਮ ਡਿਊਟੀ ਵਧਾਈ ਜਾ ਸਕਦੀ ਹੈ। ਰੇਟ ਵਧਾਉਣ ਨਾਲ ਸਟਾਮ ਡਿਊਟੀ ਕਦੇ ਨਹੀਂ ਵੱਧਦੀ, ਹਮੇਸ਼ਾ ਘਟਦੀ ਹੈ। ਰਿਕਾਰਡ ਕੱਢ ਕੇ ਦੇਖ ਲਓ, ਜਿਸ ਸਾਲ 'ਚ ਵੀ ਰੇਟ ਵਧੇ ਹੈ ਉਸ ਸਾਲ 'ਚ ਰਜਿਸਟ੍ਰੇਸ਼ਨ ਦੀ ਜਿਹੜੀ ਗਿਣਤੀ ਹੈ ਘਟੀ ਹੈ। ਇਸ ਵਾਸਤੇ ਸਰਕਾਰ ਨੂੰ ਚਾਹੀਦਾ ਵੀ ਰੇਟ ਵਧਾਉਣ ਦੀ ਬਜਾਏ ਸਟੈਂਪ ਡਿਊਟੀ ਦੇ ਰਜਿਸਟ੍ਰੇਸ਼ਨ ਵਧਾਉਣ ਵਾਸਤੇ ਕੋਈ ਹੋਰ ਹੀਲੇ ਵਰਤੇ ਜਾਣ ਤਾਂ ਕਿ ਲੋਕ ਸਟਾਂਪ ਡਿਊਟੀ ਦੇਣ ਵੀ ਆਪਣੀ ਖੁਸ਼ੀ ਨਾਲ ਦੇਣ ਤੇ ਸਰਕਾਰ ਦੀ ਉਹਦੇ 'ਚ ਕਿਰਕਰੀ ਨਾ ਹੋਵੇ। ਜੀ ਅਲਵਾਲੇ ਸਾਹਿਬ, ਤੁਸੀਂ ਬੜੇ ਸਪਸ਼ਟ ਤਰੀਕੇ ਦੇ ਨਾਲ ਦੱਸ ਦਿੱਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਜੇਕਰ ਇਹ ਰੇਟ ਵੱਧਦੇ ਨੇ, ਜ਼ਮੀਨ ਜਾਇਦਾਦ ਦੀ ਖਰੀਦ ਦੇ ਉੱਤੇ ਕਲੈਕਟਰ ਰੇਟ ਹੋ ਗਏ ਜਾਂ ਫਿਰ ਰਜਿਸਟ੍ਰੇਸ਼ਨ ਫੀਸ ਹੋ ਗਈ, ਉਹ ਵੱਧਦੀ ਹੈ ਤਾਂ ਸਰਕਾਰ ਨੂੰ ਕੀ ਫਾਇਦਾ ਹੋਵੇਗਾ, ਲੋਕਾਂ ਨੂੰ ਕੀ ਫਾਇਦਾ ਹੋਵੇਗਾ, ਕੀ ਨੁਕਸਾਨ ਹੋ ਸਕਦਾ ਹੈ ਤੇ ਪ੍ਰਾਪਰਟੀ ਡੀਲਰ ਕਿੱਥੇ ਕੁ ਇਸ ਮਾਰ ਦੇ ਹੇਠ ਆਉਂਦੇ ਨੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਇਹ ਸਨ ਸਾਡੇ ਨਾਲ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਪ੍ਰਤਾਪ ਸਿੰਘ ਆਹਲੂਵਾਲੀਆ, ਜਿਨ੍ਹਾਂ ਨੇ ਕਾਫੀ ਕੁਝ ਕਲੀਅਰ ਕਰ ਦਿੱਤਾ ਹੈ ਜੋ ਰੇਟ ਵਧੇ ਨੇ ਜ਼ਮੀਨ ਜਾਇਦਾਦ ਦੀ ਖਰੀਦ ਫਰੋਖਤ ਨੂੰ ਲੈ ਕੇ। ਸੋ ਇਸੇ ਤਰ੍ਹਾਂ ਨਵੇਂ ਐਪੀਸੋਡ ਦੇ ਵਿੱਚ ਨਵੀਆਂ ਗੱਲਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ,
ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com।